ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰਵਾਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪਹਿਲਾ। ਜੋਗੀ ਹੋਵੈ ਜੋਗਵੈ, ਭੋਗੀ ਹੋਵੈ ਖਾਏ। ਤਪੀਆ ਹੋਵੈ ਤਪ ਕਰੇ, ਤੀਰਥ ਮਲ ਮਲ ਨਾਏ। ਜੋਗੀ ਹੋਵੈ ਜੋਗਵੈ, ਭੋਗੀ ਹੋਵੈ ਖਾਏ। ਤਪੀਆ ਹੋਵੈ ਤਪ ਕਰੇ, ਤੀਰਥ ਮਲ ਮਲ ਨਾਏ। ਤੇਰਾ ਸਦੜਾ ਸੁਣੀਜੈ ਭਾਈ, ਜੀ ਕੋ ਵਹ ਆਲਾਏ। ਰਹਾਉ ਜੈਸਾ ਬੀਜੈ ਸੋ ਲੁਣੈ, ਜੋ ਖੱਟੇ ਸੋ ਖਾਏ। ਅੱਗੇ ਪੁੱਛ ਨ ਹੋਵਈ, ਜੇ ਸਣ ਨਿਸਾਣ ਜਾਏ। ਤੈਸੋ ਜੈਸਾ ਕਾਢੀਐ, ਜੈਸੀ ਕਰ ਕਮਾਏ। ਸੋ ਦਮ ਚਿਤ ਨ ਆਵਈ, ਜੋ ਦਮ ਚਿਤ ਨ ਆਵਈ। ਸੋ ਦਮ ਬਿਰਥਾ ਜਾਏ। ਇਹੋ ਤਨ ਵੇਚੀ ਵੈ ਕਰੀ, ਜੇ ਕੋ ਲਏ ਵਿਕਾਏ। ਨਾਨਕ ਕੰਮ ਨ ਆਵਈ, ਜਿਤ ਤਨ ਨਾਹੀ ਸੱਚਾ ਨਾਉ। ਨਾਨਕ ਕੰਮ ਨ ਆਵਈ, ਜਿਤ ਤਨ ਨਾਹੀ ਸੱਚਾ ਨਾਉ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ।
ਵਾਹਿਗੁਰੂ ਜੀ। ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਆਪ ਸਭ ਸੰਗਤ ਵੱਡੇ ਭਾਗਾਂ ਵਾਲੇ ਹੋ, ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰ ਦਰਬਾਰ ਦੀਆਂ ਹਾਜ਼ਰੀਆਂ ਭਰੋ, ਸੇਵਾ ਸਿਮਰਨ ਕਰੋ। ਸਤਿਗੁਰਾਂ ਦੇ ਦਰ ਨਤਮਸਤਕ ਹੋ, ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਕੋਟਾਨ ਕੋਟ ਧੰਨਵਾਦ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਗਿਆਨ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਸੋ ਬਿਰਲੇ ਹੀ ਗੁਰਮੁਖ ਜਨ ਹੁੰਦੇ ਹਨ, ਜੋ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਪੜ੍ਹ ਸੁਣ ਕੇ ਆਪਣੇ ਮਨੁੱਖਾ ਜੀਵਨ ਦਾ ਲਾਹਾ ਲੈਂਦੇ ਹਨ। ਸੋ ਆਓ ਆਪਾਂ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ। ਸਮੁੱਚੇ ਹੀ ਗੁਰਮੁਖ ਪਿਆਰੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਪ੍ਰੇਮ ਸਤਿਕਾਰ ਇਕਾਗਰਤਾ ਨਾਲ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵੱਡੇ ਭਾਗਾਂ ਵਾਲੇ, ਪਹਿਲਾਂ ਵੀ ਕਈ ਵਾਰ ਆਪਾਂ ਇਹ ਵਿਚਾਰ ਕੀਤੀ ਹੈ ਤੇ ਅਕਸਰ ਆਪਾਂ ਗੁਣੀ ਗਿਆਨੀ ਵਿਦਵਾਨਾਂ ਤੋਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸਰਵਣ ਕਰਦੇ ਹਾਂ। ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਨੇ ਜੋ ਗੁਰੂ ਦੇ ਚਰਨਾਂ ਵਿੱਚ ਮਨ ਚਿੱਤ ਜੋੜ ਕੇ ਸੇਵਾ ਤੇ ਸਿਮਰਨ ਕਰਦੇ ਨੇ, ਨਾਮ ਬਾਣੀ ਦੇ ਅਭਿਆਸੀ ਨੇ, ਨੇਮ ਪੱਕਾ ਹੈ। ਵੱਡੇ ਭਾਗ ਉਹਨਾਂ ਗੁਰਮੁਖ ਪਿਆਰਿਆਂ ਦੇ ਨੇ ਜੋ ਆਪਣੇ ਕੰਮਾਂ ਧੰਦਿਆਂ ਨੂੰ ਬਾਅਦ ਵਿੱਚ ਪਹਿਲਾਂ ਆਪਣੇ ਗੁਰੂ ਦੇ ਦਰਸ਼ਨ ਦੀਦਾਰੇ ਤੇ ਗੁਰੂ ਦੀ ਸੇਵਾ ਤੇ ਆਪਣੇ ਨਿਤਨੇਮ ਤੇ ਸਿਮਰਨ ਦਾ ਧਿਆਨ ਰੱਖਦੇ ਨੇ। ਗੁਰੂ ਸਾਹਿਬ ਇਸ ਗੱਲ ਨੂੰ ਲਿਖ ਕੇ ਦੇ ਗਏ, ਵੱਡ ਭਾਗੀ ਸਾਧ ਸੰਗ ਪ੍ਰਾਪਤ। ਵੱਡੇ ਭਾਗਾਂ ਵਾਲੇ ਹੀ ਸਤਸੰਗੀ ਬਣਦੇ ਨੇ। ਉਂਝ ਭਾਵੇਂ ਦੁਨੀਆਦਾਰੀ ਦੇ ਤੌਰ 'ਤੇ ਅਸੀਂ ਇਹ ਗੱਲਾਂ ਪ੍ਰਚਲਿਤ ਕੀਤੀਆਂ ਹੋਈਆਂ ਵੀ ਚੰਗਾ ਪਰਿਵਾਰ ਹੈ ਜੀ, 2 ਪੁੱਤ ਨੇ ਜਾਂ 1 ਪੁੱਤ ਹੈ, ਬੜਾ ਧਨ ਦੌਲਤ ਹੈ, ਬੰਦਾ ਭਾਗਵਾਨ ਹੈ। ਤੇ ਬੇਭਾਗੇ ਕਈ ਵਾਰ ਉਹਨਾਂ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਕਹਿ ਲਓ ਵੀ ਕਰਮਾਂ ਦੇ ਵਿੱਚ ਕੋਈ ਥੋੜ੍ਹਾ ਬਹੁਤਾ ਇਫੈਕਟ ਹੋਵੇ, ਪਰਮਾਤਮਾ ਕੰਨਿਓ ਸਮੇਂ ਸਿਰ ਦਾਤਾ ਨਾ ਮਿਲਣ। ਤੇ ਇਹ ਸਾਡੀ ਮਾਨਮੱਤ ਹੈ। ਤੇ ਜਦੋਂ ਸਤਸੰਗੀ ਬਣੇਗਾ, ਫਿਰ ਜਿਹੜੀ ਤੇਰੀ ਇਹ ਨਿਗਾਹ ਹੈ ਨਾ ਖੋਟ ਵਾਲੀ, ਕਿਸੇ ਨੂੰ ਅਭਾਗਾ ਸਮਝਣਾ, ਕਿਸੇ ਨੂੰ ਆਪਣੇ ਤੋਂ ਤੁੱਛ ਛੋਟਾ ਸਮਝਣਾ, ਇਹ ਤੇਰਾ ਵਹਿਮ ਸਤਸੰਗਤ ਦੇ ਵਿੱਚ ਆ ਕੇ ਗੁਰੂ ਘਰ ਆ ਕੇ ਨਿਕਲੇਗਾ, ਹੋਰ ਕਿਤੇ ਨਹੀਂ ਨਿਕਲਦਾ। ਦੁਨੀਆ ਦੇ ਕਿਸੇ ਕੋਨੇ 'ਤੇ ਚਲਿਆ ਜਾਈਂ, ਤੂੰ ਗੁਰੂ ਘਰ ਜਦੋਂ ਵੀ ਜਾਏਗਾ, ਤੇਰਾ ਵਹਿਮ ਹੈ ਜਿਹੜਾ, ਇਹ ਭਰਮ ਹੈ ਊਚ ਨੀਚ ਵਾਲਾ, ਵੱਡੇ ਛੋਟੇ ਵਾਲਾ, ਜਾਤ ਗੋਤ ਧਰਮ ਵਾਲਾ, ਇਹ ਸਾਰਾ ਵਹਿਮ ਭਰਮ ਭੁਲੇਖਾ ਹੈ ਜਿਹੜਾ ਗੁਰੂ ਘਰ ਆ ਕੇ ਨਿਕਲ ਜਾਂਦਾ ਹੈ। ਹੁਣ ਇਹਦੇ ਵਾਸਤੇ ਸਵਾਲ ਹੋਵੇਗਾ, ਉਹ ਕਿਵੇਂ? ਕਿਉਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸਮਕਸ਼ ਵੱਡਾ ਵੀ ਛੋਟਾ ਵੀ ਮੱਥਾ ਟੇਕੇਗਾ। ਫਰਕ ਇਹ ਹੋ ਸਕਦਾ ਵੀ ਤੇਰੇ ਹੱਥ ਵਿੱਚ ਨੋਟ ਵੱਡਾ ਹੋਵੇ ਤੇ ਦੂਸਰੇ ਕੋਲ ਨਾ ਵੀ ਹੋਵੇ।
ਇੱਕ ਨੇ ਮਾਇਆ ਟੇਕੀ ਹੈ, ਇੱਕ ਨੇ ਆਪਣੀ ਸ਼ਰਧਾ ਟੇਕਤੀ। ਫਲ ਕੌਣ ਲਏਗਾ, ਮਾਇਆ ਵਾਲਾ ਜਾਂ ਸ਼ਰਧਾ ਵਾਲਾ? ਗੁਰਬਾਣੀ ਨੇ ਇੱਥੇ ਵੀ ਗਵਾਹੀ ਭਰੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਪ੍ਰੇਮ ਗੁਰੂ ਚਰਨਾਂ ਵਿੱਚ ਟੇਕ ਦਿੱਤਾ, ਅਰਪਣ ਕਰ ਦਿੱਤਾ, ਉਸ ਨੇ ਸਮਝ ਲਓ ਆਪਣੇ ਗੁਰੂ ਪਰਮਾਤਮਾ ਦੀ ਖੁਸ਼ੀ ਪਾ ਲਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਗਤ ਜੀ, ਸੁੱਖ ਨੇ ਜਿਹੜੇ ਇਹ ਝੌਂਪੜੀ ਵਿੱਚ ਰਹਿ ਕੇ ਵੀ ਮਿਲਦੇ ਨੇ। ਸੁੱਖ ਨੇ ਜਿਹੜੇ ਇਹ ਮਹਿਲਾਂ ਵਿੱਚ ਵੀ ਲੈਣ ਵਾਲੇ ਲੈ ਰਹੇ ਨੇ, ਤੇ ਬਹੁਤੇ ਮਹਿਲਾਂ ਵਿੱਚ ਰਹਿਣ ਵਾਲੇ ਵੀ ਦੁਖੀ ਨੇ। ਇਹ ਮੈਂ ਕੋਈ ਆਪਣੀ ਨਿੱਜੀ ਗੱਲ ਨਹੀਂ ਕਰ ਰਿਹਾ, ਇਹ ਤੇ ਪਿਛੋਕੜ ਦੀ ਗੱਲ ਹੈ। ਗੁਰ ਇਤਿਹਾਸ ਜਾਂ ਕਹਿ ਲਓ ਵੀ ਭਗਤ ਬਾਣੀ ਇਤਿਹਾਸ। ਹੁਣ ਕੋਈ ਦੁਖੀ ਹੈ, ਬਹੁਤ ਉੱਚ ਕੁੱਲ ਦੇ ਵਿੱਚ ਜਨਮ ਲੈ ਕੇ ਬ੍ਰਾਹਮਣ ਅਖਵਾਉਂਦਾ ਹੈ, ਤੇ ਦੁਖੀ ਹੈ ਨਾਮਦੇਵ ਤੋਂ, ਦੁਖੀ ਹੈ ਭਗਤ ਕਬੀਰ ਤੋਂ, ਤੇ ਪਰਮਾਤਮਾ ਕਿਹਦਾ ਹੋਇਆ? ਜਿਹੜਾ ਅਭਿਮਾਨੀ ਹੈ, ਵੱਡਾ ਅਖਵਾਉਂਦਾ, ਉਹਦੇ ਵੱਲ ਪਰਮਾਤਮਾ ਨੇ ਫੇਰ ਦਿਆ ਦੇਹੁਰਾ, ਮੰਦਰ ਫੇਰ ਦਿੱਤਾ। ਪੰਡਿਯਨ ਕੋ ਪਿਛਵਾਰਲਾ। ਤੇ ਪੰਡਤ ਜਿੱਥੇ ਮਾਣ ਕਰਦੇ ਸੀ ਵੀ ਅਸੀਂ ਇਸ ਪਾਸੇ ਦੇ ਮਾਲਕ ਹਾਂ, ਤੂੰ ਪਿੱਛੇ ਬੈਠ, ਪਰਮਾਤਮਾ ਨੇ ਉਹ ਮੰਦਰ ਹੀ ਘੁਮਾ ਦਿੱਤਾ। ਬੜੀ ਅਪਾਰ ਕਿਰਪਾ ਉਸ ਪਰਮ ਪਿਤਾ ਪਰਮਾਤਮਾ ਦੀ। ਕੱਲ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਸਮਾਗਮ ਦੇ ਵਿੱਚ ਰੂਹਾਂ ਦੇ ਦਰਸ਼ਨ ਹੋਏ, ਗੁਰੂ ਪਿਆਰਿਆਂ ਦੇ ਦਰਸ਼ਨ ਹੋਏ। ਅਥਾਹ ਸੰਗਤ ਆਪਣੇ ਕੰਮਾਂ ਧੰਦਿਆਂ ਨੂੰ ਛੱਡ ਕਰਕੇ, ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੀਤ ਪਾਉਣੀ ਹੈ, ਪ੍ਰੇਮ ਪਾਉਣਾ ਹੈ, ਉਹ ਤੇ ਹਰ ਹਾਲ ਦੇ ਵਿੱਚ ਆਪਣੇ ਗੁਰੂ ਦੇ ਦਰ 'ਤੇ ਪਹੁੰਚਦੇ ਆ। ਦੂਰ ਨੇੜੇ ਦੀ ਵਾਟ ਨਹੀਂ ਵੇਖੀ ਜਾਂਦੀ। ਆਪਣੇ ਗਵਾਂਢ ਪਿੰਡ ਦੇ ਵਿੱਚੋਂ ਵੀ ਟਰਾਲੀਆਂ ਭਰ ਭਰ ਕੇ ਚੋਰ ਮਾਰ ਗਈਆਂ ਨੇ। ਸੰਗਤ ਜੀ, ਇਹ ਗੁਰੂ ਦਾ ਪ੍ਰੇਮ ਹੈ, ਪਿਆਰ ਹੈ, ਖਿੱਚਦਾ ਹੈ। ਤੇ ਕਈ ਐਸੇ ਅਭਾਗੇ ਨੇ ਜਿਨ੍ਹਾਂ ਨੇ ਆਪਣੇ ਨਗਰ ਦੇ ਗੁਰੂ ਘਰ ਵਿੱਚ ਵੀ ਮੱਥਾ ਨਹੀਂ ਟੇਕਿਆ ਹੋਣਾ। ਰਹੋ ਵਿਚਾਰ, ਗੁਰੂ ਸਾਹਿਬ ਸਾਰਿਆਂ 'ਤੇ ਕਿਰਪਾ ਕਰਨ, ਆਪਣੀ ਗੋਦ, ਆਪਣਾ ਪ੍ਰੇਮ ਪਿਆਰ ਸਾਰਿਆਂ ਨੂੰ ਬਖਸ਼ਿਸ਼ ਕਰਨ। ਤਾਂ ਗੁਰੂ ਸਾਹਿਬ ਅੱਜ ਦੇ ਮੁਬਾਰਕ ਹੁਕਮਨਾਮੇ ਨੇ, ਜੋ ਅੰਗ ਨੰਬਰ 730, ਪਾਵਨ ਰਾਗ ਸੂਹੀ, ਸੂਹੀ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਆਪ ਸਭ ਸੰਗਤਾਂ ਜਾਣਦੇ ਹੋ, ਗੁਰੂ ਸਾਹਿਬ ਨੇ ਸਿੱਧਾਂ ਜੋਗੀਆਂ ਦੇ ਨਾਲ ਗੋਸ਼ਟੀ ਕੀਤੀ, ਤੇ ਉੱਥੇ ਇੱਕ ਬਾਣੀ ਉਚਾਰਨ ਹੋਈ, ਜਿਹਦਾ ਨਾਮ ਸਿੱਧ ਗੋਸ਼ਟ ਰੱਖਿਆ, ਕਿਉਂਕਿ ਸਿੱਧਾਂ ਨਾਲ ਵਿਚਾਰ ਹੋਇਆ, ਗੋਸ਼ਟੀ ਹੋਈ। ਦੂਸਰੀ ਗੱਲ, ਜੋਗੀਆਂ ਸਿੱਧਾਂ ਇਤਿਆਦਿਕਾਂ ਨੂੰ ਗੁਰੂ ਸਾਹਿਬ ਅਕਸਰ ਮਿਲਦੇ ਰਹਿੰਦੇ, ਕਿਉਂਕਿ ਇਹ ਜੋਗੀ ਸੰਨਿਆਸੀ ਇਹ ਸਮਝਦੇ ਸੀ ਪਰਮਾਤਮਾ ਨੂੰ ਮਿਲਣਾ ਹੋਵੇ ਤਾਂ ਜੰਗਲ ਵੇਲੇ ਪਹਾੜਾਂ ਪਰਬਤਾਂ 'ਤੇ ਜਾਣਾ ਪਏਗਾ, ਉੱਥੇ ਰਹਿ ਕੇ ਤਪੱਸਿਆ ਕਰਨੀ, ਲੰਬਾ ਲੰਬਾ ਸਮਾਂ। ਤੇ ਸੰਗਤ ਜੀ, ਇਹ ਵੀ ਸੁਣਨ ਵਿੱਚ ਆਉਂਦਾ ਹੈ ਵੀ ਇਹ ਉਮਰ ਵੀ ਬਹੁਤ ਲਵੇਰੀ ਜਿਉਂ ਲੈਂਦੇ ਸੀ। ਕੁਝ ਸਮੇਂ ਵਾਸਤੇ ਆਪਣੇ ਸਵਾਸ ਚੜ੍ਹਾ ਕੇ, ਭਾਵ ਸਵਾਸ ਰੋਕ ਲੈਣੇ, ਤੇ ਘੰਟਿਆਂ ਬੱਧੀ ਇਸ ਤਰ੍ਹਾਂ ਬੇਜਾਨ ਹੋ ਕੇ ਰਹਿਣਾ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਉਸ ਪਰਮ ਪਿਤਾ ਪਰਮਾਤਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਜਗਤ ਵਿੱਚ ਪ੍ਰਕਾਸ਼ ਹੋਇਆ ਹੈ। ਤੇ ਗੁਰੂ ਸਾਹਿਬ ਨੇ ਉਹਨਾਂ ਸਾਰਿਆਂ ਦੇ ਨਾਲ
ਗੋਸ਼ਟੀ ਕੀਤੀ, ਸਮਝਾਉਣਾ ਕੀਤਾ। ਜੇ ਤੁਸੀਂ ਘਰ ਗ੍ਰਹਿ ਛੱਡ ਕੇ ਇਸ ਤਰ੍ਹਾਂ ਪਹਾੜਾਂ, ਪਰਬਤਾਂ, ਜੰਗਲ, ਵੇਲਿਆਂ ਵਿੱਚ ਰਹਿਣਾ ਕਰੋਗੇ ਤਾਂ ਗ੍ਰਸਤੀ ਜੀਵਨ ਕਿਵੇਂ ਚੱਲਣਗੇ? ਤੇ ਗ੍ਰਸਤੀ ਜੀਵਨ ਦੇ ਗਲਤ ਅਰਥ ਵੀ ਨਾ ਸਮਝਿਆ ਕਰੋ। ਗ੍ਰਹਿ ਦਾ ਅਰਥ ਹੁੰਦਾ ਘਰ, ਸਥਿਤੀ ਦਾ ਮਤਲਬ ਉਸ ਦੇ ਵਿੱਚ ਰਹਿਣਾ, ਆਪਣਾ ਇੱਕ ਪਰਿਵਾਰ ਦੇ ਵਿੱਚ ਰਹਿਣਾ। ਘਰ ਗ੍ਰਹਿ ਗ੍ਰਸਤੀ ਭਾਵ ਉਸ ਘਰ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿਣਾ, ਕਮਾਉਣਾ, ਰਲ ਮਿਲ ਕੇ ਖਾਣਾ, ਉਸ ਪਰਮਾਤਮਾ ਦੀ ਬੰਦਗੀ ਸ਼ਾਮ ਸਵੇਰੇ ਕਰਨੀ। ਆਏ ਹੋਏ ਕਿਸੇ ਵੀ ਸਥਿਤੀ ਦਾ ਸਤਿਕਾਰ ਕਰਨਾ। ਤਾਂ ਸਤਿਗੁਰੂ ਜੀ ਕੀ ਕਹਿ ਰਹੇ ਨੇ? ਆਓ ਗੁਰੂ ਸਾਹਿਬ ਦੇ ਇਹਨਾਂ ਪਾਵਨ ਸ਼ਬਦਾਂ ਤੋਂ ਕੁਝ ਸਿੱਖਿਆ ਲਈਏ। ਵਾਹਿਗੁਰੂ ਜੀ ਸੂਹੀ ਮਹੱਲਾ ਪਹਿਲਾ। ਜੋਗੀ ਹੋਵੈ ਜੋਗਵੈ, ਭੋਗੀ ਹੋਵੈ ਖਾਏ। ਜੋਗੀ ਹੋਵੈ ਜੋਗਵੈ ਭਾਵ ਜੋ ਜੋਗੀ ਹੈ ਉਹ ਜੋਗ ਕਮਾਉਂਦਾ ਹੈ, ਤੇ ਭੋਗੀ ਕਹਿੰਦੇ ਨੇ ਗ੍ਰਸਤੀ ਨੂੰ, ਜੋ ਕਿ ਮਾਇਕ ਪਦਾਰਥਾਂ ਨੂੰ ਭੋਗਣ ਵਾਲਾ ਉਹ ਹੈ ਗ੍ਰਸਤੀ। ਭੋਗੀ ਗ੍ਰਸਤੀ ਨੂੰ ਕਿਹਾ ਗਿਆ, ਘਰ ਪਰਿਵਾਰ ਚਲਾਉਣ ਵਾਲੇ ਨੂੰ ਕਿਹਾ। ਤੇ ਜੋਗੀ ਹੈ ਜਿਹੜਾ ਇਹ ਕੰਦ ਮੂਲ, ਜੜੀਆਂ ਬੂਟੀਆਂ ਇਤਿਆਦਿਕ ਬਹੁਤ ਕੁਝ ਖਾ ਲੈਂਦਾ। ਇਹਨੂੰ ਜ਼ਿਆਦਾ ਸਮਝ ਹੁੰਦੀ ਹੈ ਦਵਾ ਬੂਟੀ ਦੀ। ਇਹ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਹੋਣਾ, ਕਦੇ ਕਿਸੇ ਜੋਗੀ ਨੇ ਆਪਣੇ ਚਸ਼ਮਾ ਨਹੀਂ ਲਾਇਆ, ਕਿਉਂਕਿ ਉਹ ਸੁਰਮਾ ਹੀ ਐਸਾ ਤਿਆਰ ਕਰਦੇ ਨੇ, ਆਪਣੀਆਂ ਅੱਖਾਂ ਵਿੱਚ ਪਾਉਂਦੇ ਨੇ, ਤੇ ਅੱਖਾਂ ਨੇ ਜਿਹੜੀਆਂ ਉਹਨਾਂ ਦੀਆਂ ਅਰੋਗ ਰਹਿੰਦੀਆਂ ਨੇ। ਤੇ ਹੋਰ ਬਹੁਤ ਸਾਰੀਆਂ ਇਹਨਾਂ ਨੇ ਜੜੀਆਂ ਬੂਟੀਆਂ ਬਾਰੇ ਖੋਜ ਕੀਤੀ ਹੁੰਦੀ ਹੈ। ਪੁਰਾਤਨ ਸਮਿਆਂ ਵਿੱਚ ਤੇ ਸੀ, ਪਰ ਅੱਜ ਤੇ ਸੰਗਤ ਜੀ ਬਹੁਤ ਸਾਰੇ, ਮਾਫ ਕਰਿਓ ਕਹਿਣ ਦੇਣਾ, ਵੀ ਪਹਿਰਾਵੇ ਵਿੱਚ ਹੀ ਲੁਕੇ ਹੋਏ ਨੇ। ਉਹ ਇਕੱਲੇ ਜੋਗੀਆਂ ਦੀ ਗੱਲ ਨਹੀਂ, ਉਹ ਸਾਡੇ ਵਰਗੇ ਗੁਰਸਿੱਖ ਅਖਵਾਉਣ ਵਾਲੇ ਵੀ ਨੇ, ਜਿਨ੍ਹਾਂ ਨੇ ਪਹਿਰਾਵਾ ਤੇ ਗੁਰੂ ਤੋਂ ਲੈ ਲਿਆ, ਪਾ ਲਿਆ, ਤੇ ਪਰ ਗੁਰੂ ਤੋਂ ਜੀਵਨ ਨਹੀਂ ਮੰਗਿਆ। ਇਸੇ ਤਰ੍ਹਾਂ ਹਰ ਧਰਮ ਦੇ ਵਿੱਚ ਸਾਰੇ ਚੰਗੇ ਤੇ ਸਾਰੇ ਮਾੜੇ ਨਹੀਂ ਹੁੰਦੇ, ਤੇ ਗੱਲ ਅਸਲ ਦੇ ਵਿੱਚ ਚੰਗਿਆਂ ਦੀ ਹੋਣੀ ਚਾਹੀਦੀ ਹੈ, ਮਾੜਿਆਂ ਦੀ ਨਹੀਂ। ਜੇ ਕਿਸੇ ਦੇ ਵਿੱਚ ਗੁਣ ਹੈ ਨਾ, ਉਹਦੇ ਗੁਣਾਂ ਦੀ ਗੱਲ ਕਰ, ਕਿਸੇ ਦੇ ਔਗੁਣਾਂ ਦੀ ਗੱਲ ਨਾ ਕਰ। ਤੇ ਅੱਜ ਦੇ ਸਮੇਂ ਵਿੱਚ 90% ਲੋਕ ਦੂਸਰੇ ਦੇ ਔਗੁਣਾਂ ਦੀ ਗੱਲ ਕਰਦੇ ਆ, ਗੁਣਾਂ ਦੀ ਨਹੀਂ। ਤੁਸੀਂ ਕਿਤੇ ਗੱਲ ਛੇੜ ਲਿਓ ਤੇ ਇੱਕ ਦੂਜੇ ਤੋਂ ਵੱਧ ਕੇ ਦੱਸਿਆ ਜਾਊਗਾ ਵੀ ਫਲਾਣੇ ਟਾਈਮ 'ਚ ਫਲਾਣਾ ਸੀ, ਉਹਨੇ ਆਹ ਕੀਤਾ। ਦੂਜਾ ਕਹੇਗਾ ਮੇਰੀ ਜ਼ਿੰਦਗੀ 'ਚ ਵੀ ਕਹੇ ਜਾ ਮੈਂ ਦੇਖਿਆ ਹੈ। ਭਾਵ ਮਾੜਿਆਂ ਨੂੰ ਇਹ ਅੱਖਾਂ ਜ਼ਿਆਦਾ ਵੇਖਦੀਆਂ, ਕਿਸੇ ਦੇ ਔਗੁਣਾਂ ਨੂੰ ਵੱਧ ਵੇਖਦੀਆਂ, ਤੇ ਕਿਸੇ ਦੇ ਗੁਣਾਂ ਦਾ ਇਹ ਅੱਖਾਂ ਖਿਆਲ ਨਹੀਂ ਕਰਦੀਆਂ, ਅੰਦਰ ਧਿਆਨ ਨਹੀਂ ਆਉਂਦਾ। ਤੇ ਅਸੀਂ ਸਿਰਫ ਔਗੁਣ ਹੀ ਦੇਖ ਕੇ ਬੰਦੇ ਦੇ ਗੁਣਾਂ ਨੂੰ ਲਤਾੜ ਦਿੰਦੇ ਹਾਂ। ਤੇ ਗੁਰੂ ਸਾਹਿਬ ਵੀ ਇਹੀ ਸਮਝਾਉਂਦੇ ਨੇ, ਕਹਿੰਦੇ ਜੋਗੀ ਹੋਵੈ ਜੋਗਵੈ, ਜੋਗ ਕਮਾਉਣ ਵਾਲਾ ਤੇ ਜੋਗ ਕਮਾਉਂਦਾ। ਕੰਦ ਮੂਲ ਜਿਵੇਂ ਪੱਤੇ ਇਤਿਆਦਿਕ ਜੜੀਆਂ ਬੂਟੀਆਂ ਖਾਂਦਾ, ਮੂਲੀ ਪੱਤਾ ਸੱਤਾ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦਾ, ਭੁੱਖੇ ਰਹਿਣ ਦੀ ਆਦਤ ਪਾ ਲੈਂਦਾ, ਤੇ ਨਾ ਕਈ ਦਿਨ ਭੋਜਨ ਮਿਲੇ ਤਾਂ ਗੁਜ਼ਾਰਾ ਕਰ ਲੈਂਦਾ। ਤੇ ਦੂਸਰਾ ਗੁਰੂ ਸਾਹਿਬ ਨੇ ਕਿਹਾ ਭੋਗੀ ਹੋਵੈ ਖਾਏ, ਤੇ ਇੱਕ ਅਸੀਂ ਹਾਂ ਘਰ ਗ੍ਰਹਿ ਗ੍ਰਸਤੀ ਦੇ ਵਿੱਚ ਰਹਿਣ ਵਾਲੇ, ਮਾਇਕੀ ਪਦਾਰਥਾਂ ਦੀ ਦੌੜ, ਖਾਧਾ ਪੀਤਾ ਲਾਹੇ ਲਾ, ਦਮ ਦਾ ਕੀ ਵਸਾ।
ਇਹ ਸਾਡੀ ਅਕਸਰ ਮੂੰਹੋਂ ਗੱਲ ਨਿਕਲਦੀ ਹੈ ਵੀ ਖਾਣਾ ਪੀਣਾ ਹੱਸਣਾ ਹਸਾਉਣਾ ਇਹੀ ਕੁਝ ਤੇ ਕਰਨਾ ਨਾ ਜੀਵਨ ਵਿੱਚ। ਤਾਂ ਗੁਰੂ ਸਾਹਿਬ ਕਹਿੰਦੇ ਨਹੀਂ। ਅਗਲੀਆਂ ਪੰਗਤੀਆਂ ਗੁਰੂ ਸਾਹਿਬ ਕਹਿੰਦੇ ਨੇ, ਤਪੀਆ ਹੋਵੈ ਤਪ ਕਰੇ, ਤੀਰਥ ਮਲ ਮਲ ਨਹਾਏ। ਗੁਰੂ ਸਾਹਿਬ ਕਹਿੰਦੇ ਨੇ ਭਾਈ, ਮਲ ਮਲ ਨਹਾਏ ਤੋਂ ਤੀਰਥਾਂ 'ਤੇ ਇਸ਼ਨਾਨ ਕਰਦਾ ਫਿਰਦਾ। ਜਿਹੜਾ ਮਨੁੱਖ ਤਪੀ ਬਣਦਾ ਉਹ ਸਦਾ ਤਪ ਹੀ ਕਰਦਾ। ਤਪੀ ਤਪ ਕਰਦਾ ਮੈਂ ਤੇ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਵੇਖਿਆ ਵੀ ਬਹੁਤ ਸਾਰੀਆਂ ਪਾਥੀਆਂ ਦੀਆਂ ਢੇਰੀਆਂ ਬਣਾ ਕੇ ਨਾ ਉੱਚੀਆਂ ਉੱਚੀਆਂ 3 3.5 ਫੁੱਟ ਤੱਕ 4 ਫੁੱਟ ਤੱਕ, ਵਿਚਾਲੇ ਇੱਕ ਅਸਥਾਨ ਬਣਾ ਲੈਣਾ, ਪਾਸਿਆਂ 'ਤੇ ਉਹ ਧੂਣੀਆਂ ਨੇ ਜਿਹੜੀਆਂ 5-7 ਬਣਾ ਕੇ ਉਹਨਾਂ ਨੂੰ ਅੱਗ ਲਾ ਦੇਣੀ। ਅਤੇ ਜਦੋਂ ਉਸ ਅੱਗ ਨੇ ਆਪਣਾ ਰੂਪ ਆਕਾਰ ਬਣਾ ਲੈਣਾ ਅਤੇ ਉਸ ਦੇ ਵਿਚਕਾਰ ਇੱਕ ਮਹਾਤਮਾ ਅਖਵਾਉਣ ਵਾਲਾ ਸਾਧੂ ਬੈਠ ਜਾਂਦਾ ਵੀ ਮੈਂ ਤਪ ਸਾਧਨਾ ਕਰ ਰਿਹਾ। ਕੋਈ ਯੋਗ ਸਾਧਨਾ ਕਰਦਾ ਅਤੇ ਕੋਈ ਤਪ ਸਾਧਨਾ ਕਰਦਾ। ਅਤੇ ਗੁਰੂ ਸਾਹਿਬ ਕਹਿੰਦੇ ਕੋਈ ਭਾਈ ਤੀਰਥ ਮਲ ਮਲ ਨਹਾਏ, ਕੋਈ ਤੀਰਥਾਂ ਦੇ ਰਟਨ ਕਰਦਾ ਵੀ ਮੈਂ 68 ਤੀਰਥਾਂ ਦਾ ਇਸ਼ਨਾਨ ਕਰਨਾ। ਜਿਵੇਂ ਆਪਣੇ ਹਰ ਇੱਕ ਗੁਰਸਿੱਖ ਦੀ ਤਾਂਘ ਹੁੰਦੀ ਹੈ ਵੀ ਮੈਂ ਘੱਟੋ ਘੱਟ ਆਪਣੇ 5 ਤਖ਼ਤਾਂ ਦੇ ਦਰਸ਼ਨ ਦੀਦਾਰੇ ਤਾਂ ਕਰਾਂ। ਮੈਂ ਬਿਹਾਰ ਗੁਰੂ ਸਾਹਿਬ ਦੇ ਜਨਮ ਸਥਾਨ 'ਤੇ ਜਾਵਾਂ। ਮੈਂ ਨੰਦੇੜ ਦੀ ਧਰਤੀ ਹਜ਼ੂਰ ਸਾਹਿਬ ਗੁਰੂ ਸਾਹਿਬ ਦਾ ਜਿੱਥੇ ਅੰਤਿਮ ਸਮਾਂ ਬੀਤਿਆ, ਭਾਈ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਮੈਂ ਉਸ ਜਗ੍ਹਾ ਦੇ ਵੀ ਦਰਸ਼ਨ ਕਰ ਲਵਾਂ। ਫਿਰ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਆਨੰਦਪੁਰ ਸਾਹਿਬ ਦੀ ਧਰਤੀ, ਮੈਂ ਉੱਥੇ ਵੀ ਦਰਸ਼ਨ ਕਰ ਲਵਾਂ। ਫਿਰ ਮੈਂ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹੋਇਆ, ਮੈਂ ਉਸ ਪਾਵਨ ਅਸਥਾਨ ਦੇ ਵੀ ਦਰਸ਼ਨ ਕਰ ਲਵਾਂ। ਮੈਂ ਉਹ ਅਸਥਾਨ ਵੀ ਦਰਸ਼ਨਾਂ ਦੇ ਵਿੱਚ ਲੈ ਲਵਾਂ ਜਿੱਥੇ ਗੁਰੂ ਸਾਹਿਬ ਨੇ ਆਪਣਾ ਸਭ ਪਰਿਵਾਰ ਨਿਸ਼ਾਵਰ ਕਰਕੇ ਜੰਗਾਂ ਯੁੱਧਾਂ ਦੇ ਵਿੱਚ ਜੂਝਦੇ ਹੋਏ ਜੋ ਕੱਲ੍ਹ ਵਾਲਾ ਦਿਨ ਮੁਕਤਸਰ ਮਨਾਇਆ ਗਿਆ, ਉੱਥੋਂ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਖਿਤਾਬ ਦਿੰਦੇ ਹੋਏ ਮੇਰਾ 20 ਕਰੋੜੀ, ਮੇਰਾ 50 ਕਰੋੜੀ ਸਿੱਖ ਤੇ ਭਾਈ ਮਹਾ ਸਿੰਘ ਦੇ ਕੋਲ ਜਾ ਕੇ ਬੇਦਾਵਾ ਪਾੜ ਕੇ ਗੁਰੂ ਸਾਹਿਬ ਹੋਰ ਕਈ ਥਾਵਾਂ ਨੂੰ ਨਿਹਾਲ ਕਰਦੇ ਹੋਏ ਦਮਦਮਾ ਸਾਹਿਬ ਦੀ ਧਰਤੀ 'ਤੇ ਆਏ। ਅਤੇ ਉਹ ਸਿੱਖ ਆਪਣੇ ਜੀਵਨ ਨੂੰ ਸਫਲਾ ਸਮਝਦਾ ਹੈ ਜਿਹੜਾ ਇਹਨਾਂ 5 ਅਸਥਾਨਾਂ ਦੇ ਦਰਸ਼ਨ ਕਰ ਲੈਂਦਾ ਹੈ। ਅਤੇ ਗੁਰੂ ਸਾਹਿਬ ਦਾ ਹੁਕਮ ਵੀ ਹੈ ਤੀਰਥ ਯਾਤਰਾ ਆਪਣੇ ਧਰਮਾਂ ਦੀ ਹੀ ਕਰਨੀ। ਆਪਣੇ ਧਰਮ ਦੇ ਤੀਰਥ ਨੇ ਜਿਹੜੇ ਉਹਨਾਂ ਦੀ ਯਾਤਰਾ ਕਰਨੀ। ਪਰ ਹਰ ਇੱਕ ਸਿੱਖ ਦਾ ਨਿਸ਼ਾਨਾ ਇਹ ਹੋਣਾ ਚਾਹੀਦਾ ਹੈ ਜੋ ਗੁਰੂ ਸਾਹਿਬ ਨੇ ਉੱਥੇ ਸਿੱਖਿਆ ਦਿੱਤੀ ਹੈ ਨਾ, ਜੋ ਉੱਥੇ ਵਰਤਾਰੇ ਵਰਤਾਏ ਨੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈਣਾ। ਗੁਰੂ ਸਾਹਿਬ ਨੇ ਹਰ ਥਾਂ 'ਤੇ ਸਿੱਖਿਆ ਦਿੱਤੀ ਹੈ। ਦਮਦਮਾ ਸਾਹਿਬ ਜਾਂਦੇ ਆ, ਆਪਣੀ ਨੇੜਲੀ ਧਰਤੀ ਹੈ। ਗੁਰੂ ਸਾਹਿਬ ਇੱਥੇ ਕਿਤਨਾ ਸਮਾਂ ਰਹੇ ਨੇ। ਇੱਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਲਿਖਵਾਉਣਾ ਕੀਤਾ ਹੈ। ਇੱਥੇ ਗੁਰੂ ਸਾਹਿਬ ਨੇ 48 ਸਿੱਖਾਂ ਨੂੰ ਗੁਰਬਾਣੀ ਦੇ ਰਸੀਏ ਬਣਾਇਆ ਅਤੇ ਉਹਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ। ਲਗਾਤਾਰ ਬਾਣੀ ਪੜ੍ਹੀ ਜਾਵੇ। ਅਤੇ ਭਾਈ ਮਣੀ ਸਿੰਘ, ਬਾਬਾ ਦੀਪ ਸਿੰਘ ਜੀ ਪਾਵਨ ਬਾਣੀ ਨੂੰ ਲਿਖਦੇ ਨੇ। ਗੁਰੂ ਸਾਹਿਬ ਆਪਣੇ ਉਸ ਪਰਮ ਪਿਤਾ ਪਰਮਾਤਮਾ ਦਾ ਧਿਆਨ ਧਰ ਕੇ ਮੂੰਹ ਜ਼ੁਬਾਨੀ ਸ਼ਬਦ ਉਚਾਰਨ ਕਰਦੇ ਨੇ। ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਵਡੇਰੀ ਉਮਰ ਵਿੱਚ ਵੀ ਗੁਰੂ ਸਾਹਿਬ ਦੇ ਨਾਲ ਨੇ ਅਤੇ ਲਿਖ ਰਹੇ ਨੇ। ਉਸ ਪਰਮਾਤਮਾ ਦੀ ਯਾਦ ਵਿੱਚ ਮਗਨ ਰਹਿੰਦੇ ਨੇ।
ਰਹੋ ਵਿਚਾਰ ਗੁਰੂ ਸਾਹਿਬ ਨੇ ਇਹ 5 ਤਖਤ ਬਣਾਏ ਅਤੇ ਹਰ ਸਿੱਖ ਦੇ ਮਨ ਭਾਵਨਾ ਵੀ ਮੈਂ 5 ਤਖਤਾਂ ਦੇ ਦਰਸ਼ ਦੀਦਾਰੇ ਜ਼ਰੂਰ ਕਰਾਂ। ਬਹੁਤਿਆਂ ਦੀ ਮਨ ਭਾਵਨਾ ਹੁੰਦੀ ਹੈ ਗੁਰੂ ਸਾਹਿਬ ਦਾ ਜਿੱਥੇ ਪਟਨੇ ਜਨਮ ਹੋਣ ਤੋਂ ਪਹਿਲਾਂ ਪਾਵਨ ਸਥਾਨ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਜਾਂਦੀਆਂ, ਬੜਾ ਔਖਿਆਈ ਦਾ ਮਾਰਗ ਹੈ। ਉਸ ਥਾਂ 'ਤੇ ਵੀ ਸ਼ਰਧਾ ਵਾਲੇ ਸਿੱਖ ਪਹੁੰਚ ਕੇ ਦਰਸ਼ ਦੀਦਾਰੇ ਕਰਕੇ ਨਦਰੀ ਨਦਰ ਨਿਹਾਲ ਹੁੰਦੇ ਨੇ। ਤਾਂ ਗੁਰੂ ਸਾਹਿਬ ਕਹਿੰਦੇ ਭਾਈ ਤਪੀਆ ਹੋਵੇ ਤਪ ਕਰੇ। ਜਿਹੜਾ ਮਨੁੱਖ ਤਪ ਆਦਿਕ ਸਾਧਨਾ ਕਰਦਾ ਉਹਨੂੰ ਤਪ ਸਾਧਨਾ ਹੀ ਚੰਗੀ ਲੱਗਦੀ ਹੈ। ਯੋਗ ਮਤ ਵਿੱਚ ਰਹਿਣ ਵਾਲਿਆਂ ਨੂੰ ਯੋਗ ਸਾਧਨਾ ਚੰਗੀ ਲੱਗਦੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਤੀਰਥ ਮਲ ਮਲ ਨਹਾਏ। ਜਿਨ੍ਹਾਂ ਨੂੰ ਤੀਰਥ ਯਾਤਰਾ 'ਤੇ ਜਾਣਾ ਚੰਗਾ ਲੱਗਦਾ ਉਹ ਤੀਰਥਾਂ 'ਤੇ ਆਪਣੇ ਇਸ਼ਨਾਨ ਕਰਕੇ ਆਪਣੇ ਪਾਪਾਂ ਦੀ ਮੈਲ ਹੈ ਉਹ ਲਾਉਂਦੇ ਫਿਰਦੇ ਨੇ। ਫਿਰ ਕਹਿੰਦੇ ਤੇਰਾ ਸਦੜਾ ਸੁਣੀ ਜੈ ਭਾਈ, ਜੇ ਕੋ ਵਹਿ ਆਲਾਏ। ਸਦੜਾ ਤੋਂ ਭਾਵ ਸੋਹਣਾ ਸੱਦ, ਭਾਵ ਸੋਹਣਾ ਸ਼ਬਦ। ਤਾਂ ਗੁਰੂ ਸਾਹਿਬ ਸਮਝਾਉਂਦੇ ਨੇ ਸੁਣੀਜੈ ਭਾਵ ਮੈਂ ਸੁਣਨਾ ਚਾਹੁੰਦਾ ਹਾਂ। ਤਾਂ ਗੁਰੂ ਸਾਹਿਬ ਕਹਿੰਦੇ ਅਲਾਏ ਭਾਵ ਆਲਾਪ ਕਰੇ। ਗੁਰੂ ਦੇ ਸੋਹਣੇ ਸ਼ਬਦ ਨੂੰ, ਪਰਮਾਤਮਾ ਦੀ ਇਹ ਧੁਰਕੀ ਬਾਣੀ, ਇਸ ਦੇ ਸ਼ਬਦ ਨੂੰ ਕੋਈ ਮੈਨੂੰ ਸੋਹਣੇ ਜਿਹੇ ਢੰਗ ਨਾਲ ਪੜ੍ਹੇ ਅਤੇ ਵਿਚਾਰੇ ਅਤੇ ਸੁਣਾਏ। ਗੁਰੂ ਸਾਹਿਬ ਕਹਿੰਦੇ ਪਰ ਹੇ ਪਿਆਰੇ ਪ੍ਰਭੂ, ਮੈਂ ਤੇਰੀ ਸਿਫਤ ਸਲਾਹ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ। ਜੇ ਕੋਈ ਮੇਰੇ ਕੋਲ ਬੈਠ ਕੇ ਜਾਏ ਅਤੇ ਮੈਨੂੰ ਆਪ ਜੀ ਦੀ ਵਡਿਆਈ ਸਿਫਤੋ ਸਲਾਹ ਦੇ ਗੀਤ ਸੁਣਾਵੇ, ਆਪ ਜੀ ਦੀ ਸੱਚੇ ਪਾਤਸ਼ਾਹ ਮੈਨੂੰ ਵਡਿਆਈ ਸੁਣਾਵੇ। ਜੈਸਾ ਬੀਜੈ ਸੋ ਲੁਣੈ, ਜੋ ਖੱਟੇ ਸੋ ਖਾਏ। ਲੁਣੈ ਤੋਂ ਭਾਵ ਹੁੰਦਾ ਵੱਢਣਾ। ਫਸਲ ਬੀਜੀ ਹੈ, ਉਹਨੂੰ ਆਪਾਂ ਕਹਿ ਦਿੰਦੇ ਹਾਂ, ਪੁਰਾਤਨ ਸਮੇਂ ਵਿੱਚ ਬੋਲਿਆ ਜਾਂਦਾ ਸੀ ਫਸਲ ਲੁਣੀ ਜਾਣੀ ਹੈ। ਪਹਿਲਾਂ ਜਿਵੇਂ ਕਿਹਾ ਜਾਂਦਾ ਸੀ ਤਾਣ ਸ਼ਬਦ ਸੀ ਸਾਡੇ ਵੱਡੇ ਬਜ਼ੁਰਗਾਂ ਦਾ, ਫਲਾਣੇ ਵਿੱਚ ਬੜਾ ਤਾਣ ਹੈ। ਤਾਣ ਦੇ ਅਰਥ ਕੀ ਸੀ? ਵੀ ਉਹਦੇ ਵਿੱਚ ਬੜਾ ਜ਼ੋਰ ਹੈ, ਬੜਾ ਬਲ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਲੂਣੈ। ਜੈਸਾ ਬੀਜੈ ਸੋ ਲੁਣੈ, ਜੋ ਖੱਟੇ ਸੋ ਖਾਏ। ਜੋ ਮਨੁੱਖ ਨੇ ਬੀਜਿਆ ਏ ਉਹੀ ਵੱਢਣਾ, ਅਤੇ ਜਿਹੜਾ ਉਹਦਾ ਝਾੜ ਮਿਲਿਆ ਉਹ ਖਾਣਾ। ਕਣਕ ਬੀਜੀ ਹੈ, ਵੱਢੀ ਹੈ, ਉਹਦਾ ਝਾੜ ਹੈ, ਅੰਨ ਦੇ ਰੂਪ ਵਿੱਚ ਹੈ, ਸਾਰੇ ਖਾ ਰਹੇ ਹਾਂ। ਇਸੇ ਤਰ੍ਹਾਂ ਕਰਮਾਂ ਦੀ ਖੇਤੀ ਹੈ। ਗੁਰੂ ਸਾਹਿਬ ਨੇ ਇਹ ਬਕਾਇਦਾ ਆਪਾਂ ਨੂੰ ਲਿਖ ਕੇ ਦੇ ਦਿੱਤਾ। ਖੇਤੀ ਤੋਂ ਦੁਨਿਆਵੀ ਤੌਰ 'ਤੇ ਵੀ ਕਰਦਾ। ਧਰਤ ਮਾਤਾ ਦੇ ਹਿੱਕ ਦੇ ਉੱਪਰ ਦਾਣੇ ਬੀਜਦਾ ਏ, ਰੁੱਖ ਬਿਰਖ ਉੱਗਦੇ ਨੇ, ਪਹਾੜ ਪਰਬਤ ਇਸ ਧਰਤ ਮਾਂ ਦੇ ਉੱਪਰ ਨੇ। ਧਰਤ ਮਾਂ ਤੇਰਾ ਵੀ ਭਾਰ ਚੱਲਦੀ ਹੈ, ਚੰਗਾ ਬੁਰਾ ਤੇਰਾ ਸਭ ਇਸ ਧਰਤ ਮਾਂ ਦੇ ਉੱਪਰ ਹੁੰਦਾ ਹੈ। ਮਾਤਾ ਧਰਤ ਮਹੱਤ, ਇਹਦੇ ਵਿੱਚ ਤੂੰ ਆਪਣੀ ਖੇਤੀ ਬੀਜਦਾ ਅਤੇ ਵੱਢ ਲੈਂਦਾ। ਗੁਰੂ ਸਾਹਿਬ ਨੇ ਫਿਰ ਇਹ ਵੀ ਦੱਸਿਆ ਤੇਰੇ ਇਸ ਕਰਮਾਂ ਨੂੰ ਵੀ ਖੇਤੀ ਬਣਾ। ਮਨ ਹਾਲੀ ਕਿਰਸਾਣੀ ਕਰਨੀ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਨਾਮ ਬੀਜ, ਇਸ ਕਰਮਾਂ ਰੂਪੀ ਖੇਤੀ ਦੇ ਵਿੱਚ ਨਾਮ ਦਾ ਬੀਜ ਪਾ, ਤਾਂ ਇਸ ਤਰ੍ਹਾਂ ਦੀ ਖੇਤੀ ਕਰਨ ਨਾਲ ਵੀ ਤੇਰੇ ਜੀਵਨ ਦਾ ਭਲਾ ਹੋਣਾ ਹੈ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਤਾਂ ਜਦੋਂ ਇਸ ਤਰ੍ਹਾਂ ਦੀ ਖੇਤੀ ਕਰੇਗਾ
ਤਾਂ ਫਿਰ ਤੈਨੂੰ ਤੇਰਾ ਬੀਜਿਆ ਜਿਹੜਾ ਉਹ ਖਾਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਏਗੀ। ਤੂੰ ਸੁਖੀ ਸੁਖੀ ਆਪਣੇ ਬੀਜੇ ਨੂੰ ਵੱਢ ਲਏਗਾ ਅਤੇ ਖਾ ਲਏਗਾ। ਜੈਸਾ ਬੀਜੈ ਸੋ ਲੁਣੇ, ਜੋ ਖੱਟੇ ਸੋ ਖਾਏ। ਦੇਖੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤੂੰ ਜੋ ਬੀਜਿਆ ਉਹ ਵੱਢ ਲੈਣਾ, ਉਹਦੇ ਵਿੱਚੋਂ ਜੋ ਖੱਟਿਆ ਝਾੜ ਮਿਲਿਆ ਉਹ ਤੈਨੂੰ ਖਾਣਾ ਪੈਣਾ। ਜਦੋਂ ਸੰਗਤ ਜੀ ਖਾਣਾ ਹੀ ਆਪ ਨੇ ਹੈ, ਆਪਣਿਆਂ ਬੀਜਾ ਆਪਣੇ ਅੱਗੇ ਆਉਣਾ ਹੈ, ਫਿਰ ਕਿਉਂ ਨਾ ਚੰਗੇ ਬੀਜ ਬੀਜੀਏ। ਜਦੋਂ ਰੋਜ਼ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਆਵਾਜ਼ਾਂ ਮਾਰ ਮਾਰ ਕੇ, ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਤੇ ਬਾਣੀ ਸੱਚੀ ਤਾਂ ਫਿਰ ਚੋਟਾਂ ਹੀ ਕਰੇਗੀ। ਹੁਣ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਪਾਈ ਹੈ ਖਾਤ। ਜੇ ਤਾਂ ਇਸ ਤਰ੍ਹਾਂ ਦਾ ਹੀ ਕੰਮ ਰੱਖਣਾ ਵੀ ਪੜ੍ਹੀ ਚੱਲੋ ਤੇ ਵਿਚਾਰ ਨਹੀਂ ਕਰਨੀ, ਫਿਰ ਤੇ ਗੁਰਬਾਣੀ ਜਿੰਨੀ ਮਰਜ਼ੀ ਪੜ੍ਹੋ, ਭਲਾ ਤੇ ਫਿਰ ਵੀ ਹੋਣਾ ਰੂਹ ਦਾ। ਪਰ ਜੇ ਗੁਰਬਾਣੀ ਦੀ ਵਿਚਾਰ ਹੋਵੇ, ਗੁਰ ਸ਼ਬਦ ਦੀ ਵਿਚਾਰ ਹੋਵੇ, ਸਮਝਿਆ ਜਾਏ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਇਤਨਾ ਮਹਾਨ ਗ੍ਰੰਥ, ਜਿਹਦੀ ਖਾਤਰ ਸਾਰੀ ਲੋਕਾਈ ਸਿਜਦਾ ਕਰਦੀ ਹੈ, ਕੋਈ ਇਕੱਲੇ ਆਪਾਂ ਨਹੀਂ, ਪੂਰੇ ਬ੍ਰਹਿਮੰਡ ਦੇ ਵਿੱਚ ਜਿੱਥੇ ਵੀ ਪੰਜਾਬੀ ਗਏ ਨੇ ਨਾ, ਉੱਥੇ ਉਹਨਾਂ ਨੇ ਜਾ ਕੇ ਪਹਿਲਾਂ ਗੁਰਦੁਆਰਾ ਸਾਹਿਬ ਹੀ ਬਣਾਇਆ। ਜੇ ਛੋਟੇ ਪਰਿਵਾਰ ਨੇ ਤਾਂ ਛੋਟਾ ਬਣਾ ਲਿਆ, ਤੇ ਜੇ ਉੱਥੇ ਜ਼ਿਆਦਾ ਪਰਿਵਾਰ ਨੇ ਤਾਂ ਵੱਡਾ ਸਥਾਨ ਬਣਾ ਲਿਆ। ਸ਼ਰਧਾ ਤੇ ਭਾਵਨਾ ਦੇ ਨਾਲ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਉੱਥੇ ਇੱਕ ਚੰਗਾ ਸੇਵਾਦਾਰ ਰੱਖਿਆ ਜਾਂਦਾ, ਜਿਹੜਾ ਗੁਰੂ ਸਾਹਿਬ ਦੀ ਸਾਂਭ ਸੰਭਾਲ ਕਰੇ, ਜਿਹਨੂੰ ਅਕਸਰ ਆਪਾਂ ਸਾਰੇ ਕਹਿ ਦਿੰਦੇ ਹਾਂ ਗੁਰੂ ਕਾ ਵਜ਼ੀਰ। ਤੇ ਮਾਫ਼ ਕਰਿਓ ਕਹਿਣ ਦੇਣਾ ਅੱਜ ਇੱਕ ਕਹਿਣ ਮਾਤਰ ਹੀ ਰਹਿ ਗਿਆ ਹੈ ਜਗਤ ਦੇ ਵਿੱਚ। ਹਾਲਾਤ ਕੋਈ ਬਹੁਤੇ ਚੰਗੇ ਨਹੀਂ ਗੁਰੂ ਕੇ ਵਜ਼ੀਰਾਂ ਦੇ, ਕੋਈ ਨਵਾਂ ਬਣਨ ਵਾਸਤੇ ਤਿਆਰ ਨਹੀਂ। ਕਿਉਂ ਹਰ ਕੋਈ ਇਹ ਸੋਚਦਾ ਵੀ ਕਿਉਂ ਜਲਾਲਤ ਦੀ ਜ਼ਿੰਦਗੀ ਵਿੱਚ ਜਾਣਾ। ਜਿਹਦਾ ਜੀ ਕਰਦਾ ਉਹੀ ਮਾਨਾ ਹੀ ਸੁਣਾ ਜਾਂਦਾ ਹੈ। ਤਾਂ ਗੁਰੂ ਸਾਹਿਬ ਪਤਾ ਨਹੀਂ ਕਿਉਂ ਜਿਤਨਾ ਗੁਰੂ ਸਾਹਿਬ ਦੀ ਵਕਾਲਤ ਕਰੀਦੀ ਹੈ, ਉਤਨਾ ਹੀ ਗੁਰੂ ਸਾਹਿਬ ਦੀ ਵਕਾਲਤ ਕਰਨ ਵਾਲੇ ਦੀ ਵਿਰੋਧਤਾ ਹੈ। ਇਹ ਮੈਂ ਕੋਈ ਆਪਣੀ ਗੱਲ ਨਹੀਂ ਕਰ ਰਿਹਾ, ਪੂਰੇ ਜਗਤ ਦੇ ਵਿੱਚ ਹੀ ਇਸ ਤਰ੍ਹਾਂ ਹੈ। ਕੋਈ ਬਿਰਲਾ ਪਿੰਡ ਹੋਏਗਾ ਜਿੱਥੇ ਬੜਾ ਸਤਿਕਾਰ ਹੈ। ਇੱਕ ਭਾਈ ਸਾਹਿਬ ਦੀ ਕੱਲ ਵੀਡੀਓ ਆ ਰਹੀ ਸੀ, ਉਹ 10 ਸਾਲ ਸੇਵਾ ਕਰਕੇ ਨਾ ਗੁਰੂ ਘਰੋਂ ਭਾਗੇ, ਦੁਬਾਰੇ ਸਾਰੇ ਨਗਰ ਦੀ ਸੰਗਤ ਨੇ ਜਾ ਕੇ ਉਹਨਾਂ ਨੂੰ 6 ਮਹੀਨਿਆਂ ਬਾਅਦ ਫੇਰ ਉਸੇ ਸਥਾਨ 'ਤੇ ਲਿਆਂਦਾ ਤੇ ਪੂਰਾ ਸਤਿਕਾਰ ਕੀਤਾ, ਸਿਰਪਾਓ ਦਿੱਤੇ, ਸੰਗਤਾਂ ਨੇ ਫੁੱਲ ਤੱਕ ਬਰਸਾਏ, ਆਪ ਜੀ ਨੇ ਦੇਖੀ ਹੋਣੀ। ਵਿੱਚ ਬਹੁਤ ਸਾਰੇ ਭਲੇ ਪਿੰਡ ਵੀ ਨੇ ਤੇ ਵਿੱਚ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਕਿਸੇ ਨੂੰ ਸੁੱਖ ਦੀ ਰੋਟੀ ਖਾ ਕੇ ਰਾਜੀ, ਦੇਖ ਕੇ ਰਾਜੀ ਨਹੀਂ ਵੀ ਇਹ ਸੁੱਖ ਦੀ ਰੋਟੀ ਖਾ ਕਿਉਂ ਰਿਹਾ। ਇੱਕ ਗ੍ਰੰਥੀ ਤੇ ਸਾਰਿਆਂ ਦਾ ਭਲਾ ਮੰਗਦਾ ਹੈ ਤੇ ਇੱਕ ਗ੍ਰੰਥੀ ਦਾ ਸਾਰੇ ਭਲਾ ਨਹੀਂ ਮੰਗਦੇ। ਇੱਕ ਬੰਦਾ ਅੰਮ੍ਰਿਤ ਵੇਲੇ ਜਾਗਦਾ, ਠੀਕ ਹੈ, ਉਹਨੂੰ ਤੁਸੀਂ ਜਾਗਣ ਦੀ ਮਾਇਆ ਦਿੰਦੇ ਹੋ, ਭਲਾ ਮੰਗਣ ਦੀ ਮਾਇਆ ਦਿੰਦੇ ਹੋ, ਪਰ ਕੀ ਇਹ ਦੁਨੀਆਦਾਰੀ ਦਾ ਫਰਜ਼ ਨਹੀਂ ਬਣਦਾ? ਉਹਨਾਂ ਦੇ ਵੀ ਕੁਝ ਅਰਮਾਨ ਨੇ, ਉਹਨਾਂ ਦੇ ਵੀ ਕੁਝ ਸੁਪਨੇ ਨੇ। ਤੇ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਨਾ, ਮੈਂ ਇੱਕ ਨਗਰ ਦੇ ਵਿੱਚ ਗਿਆ ਸੀ ਜਲਾਲ, ਪਹਿਲਾਂ ਵੀ ਮੈਂ 1-2 ਸੱਜਣਾਂ ਨਾਲ ਜ਼ਿਕਰ ਕੀਤਾ ਇਸ ਗੱਲ ਦਾ। ਜਲਾਲ ਰਾਜਸਥਾਨ ਦੇ ਲਾਸਟ ਪਿੰਡ ਹੈ ਜਲਾਲ, ਜਿਵੇਂ ਇੱਧਰੋਂ ਝੰਡਾ ਖੁਰਦ ਪੰਜਾਬ ਦਾ ਲਾਸਟ ਪਿੰਡ ਆ ਗਿਆ, ਅੱਗੇ ਹਰਿਆਣਾ ਸ਼ੁਰੂ ਹੋ ਗਿਆ, ਇਸ ਤਰ੍ਹਾਂ ਉਧਰ ਅੱਗੇ ਫਿਰ ਬਾਰਡਰ ਆ ਜਾਂਦਾ ਪਾਕਿਸਤਾਨ ਦਾ। ਤੇ ਉਹ ਕਿਤੇ ਸਬੱਬ ਬਣਿਆ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਉੱਥੋਂ ਦਾ ਉਸ ਦਿਨ ਦਾ ਅੰਨ ਪ੍ਰਸ਼ਾਦਾ ਲਿਖਿਆ ਸੀ, ਖਾਣਾ ਪੈ ਗਿਆ, ਜਾਣਾ ਪਿਆ।
ਉੱਥੇ ਮੈਂ ਗ੍ਰੰਥੀ ਸਿੰਘ ਵੇਖਿਆ ਜਿਹੜਾ ਕਿ ਭਈਆ ਸੀ, ਯੂਪੀ ਦੇ ਵਿੱਚੋਂ ਆਇਆ ਹੋਇਆ, ਅਤੇ ਉਸ ਬੰਦੇ ਨੇ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਸਤਿਗੁਰਾਂ ਨੂੰ ਚੌਰ ਹੀ ਕੀਤਾ ਹੈ। ਬਾਕੀ ਸਭ ਕੁਝ ਜਿਹਨੇ ਉੱਥੇ ਕਥਾ ਕੀਤੀ ਹੈ ਨਾ, ਉਸੇ ਨਹੀਂ ਕੀਤਾ। ਹੁਕਮਨਾਮਾ ਵੀ ਉਹਨੇ ਲੈਣਾ, ਅਤੇ ਰਹੀ ਗੱਲ ਅਰਦਾਸ ਦੀ, ਉਹ ਵੀ। ਇੱਥੋਂ ਤੱਕ ਉਹਨੇ ਧੰਨਵਾਦ ਦੇ 4 ਸ਼ਬਦ ਵੀ ਨਹੀਂ ਬੋਲੇ। ਅਤੇ ਜੇ ਉਹ ਪੁੱਛਿਆ ਗਿਆ ਵੀ ਤੁਸੀਂ ਇੰਨਾ ਸੋਹਣਾ ਸਥਾਨ ਬਣਾ ਕੇ ਇੱਕ ਵਧੀਆ ਗ੍ਰੰਥੀ ਰੱਖ ਲੈਂਦੇ, ਕਹਿੰਦੇ ਜੀ ਕਰਾਉਣਾ ਕੀ ਹੈ, ਵਧੀਆ ਸਵੇਰੇ ਪ੍ਰਕਾਸ਼ ਕਰ ਦਿੰਦਾ, ਸ਼ਾਮ ਨੂੰ ਸੁਖਾਸਣ ਕਰ ਦਿੰਦਾ। ਜੇ ਕਿਤੇ ਪਾਠ ਕਰਾਉਣਾ ਹੁੰਦਾ ਕੋਈ ਬਾਹਰੋਂ ਸੱਦ ਲਈਦਾ, ਬਸ ਟਾਈਮ ਪਾਸ ਹੋ ਹੀ ਜਾਂਦਾ, ਹੋਰ ਕਰਾਉਣਾ ਕੀ ਹੈ। ਅਤੇ ਸਾਡੀ ਇਸ ਤਰ੍ਹਾਂ ਦੀ ਜਿਹੜੀ ਇਹ ਸੋਚ ਹੈ ਨਾ, ਸਾਨੂੰ ਅਪਾਹਜ ਕਰ ਰਹੀ ਹੈ, ਸਾਨੂੰ ਗੂੰਗੇ ਤੇ ਬਹਿਰੇ ਕਰ ਰਹੀ ਹੈ। ਅਸੀਂ ਵੇਖਦੇ ਹੋਏ ਵੀ ਨਾ ਵੇਖਣ ਵਾਲੇ ਬਣ ਗਏ ਹਾਂ। ਤਾਂ ਰਹੋ ਵਿਚਾਰ ਗੁਰੂ ਸਾਹਿਬ ਜੋ ਸਮਝਾ ਰਹੇ ਨੇ, ਕਹਿੰਦੇ ਜੈਸਾ ਬੀਜੈ ਸੋ ਲੁਣੇ, ਜੋ ਤੂੰ ਬੀਜਿਆ ਉਹ ਵੱਢਣਾ, ਜੋ ਖੱਟੇ ਸੋ ਖਾਏ, ਜੋ ਤੂੰ ਉਹਦਾ ਝਾੜ ਹੈ ਉਹ ਖੱਟ ਲਿਆ, ਅਤੇ ਉਹੀ ਤੈਨੂੰ ਖਾਣਾ ਪੈਣਾ, ਭਾਵੇਂ ਹੱਸ ਕੇ ਖਾਈ ਅਤੇ ਭਾਵੇਂ ਰੋ ਕੇ। ਫਿਰ ਸਤਿਗੁਰੂ ਜੀ ਅੱਗੇ ਕਹਿੰਦੇ ਨੇ, ਅੱਗੇ ਪੁੱਛਣਾ ਹੋ ਬਈ ਜੇ ਸਣ ਨਿਸਾਣਾ ਜਾਏ। ਜੇ ਤੂੰ ਇਸ ਜਗਤ ਦੇ ਵਿੱਚ ਚੰਗੇ ਮੰਦੇ ਕਰਮ ਕਰਦਾ ਹੋਇਆ ਇੱਕ ਦਿਨ ਜਾਏਗਾ, ਜਾਣਾ ਪੈਣਾ ਹੈ, ਪਰ ਤੇਰੇ ਕੋਲ ਨਿਸ਼ਾਨ ਨਹੀਂ ਕਿ ਤੂੰ ਇਸ ਜੀਵਨ ਦੇ ਵਿੱਚ ਕੰਮ ਕੀ ਕੀਤਾ। ਜਿਵੇਂ ਕਿ ਜੇ ਨਿਹੰਗ ਸਿੰਘਾਂ ਦਾ ਦਲ ਚੱਲਦਾ ਅਤੇ ਉਹਨਾਂ ਕੋਲ ਆਪਣਾ ਨਿਸ਼ਾਨ ਹੁੰਦਾ ਹੈ। ਅਤੇ ਦੂਜੀ ਗੱਲ, ਨਿਸ਼ਾਨ ਦੀ ਗੱਲ ਮੈਂ ਆਪ ਜੀ ਨੂੰ ਇੱਕ ਹੋਰ ਇਤਿਹਾਸਕ ਤੌਰ 'ਤੇ ਛੋਟੀ ਜਿਹੀ ਸੁਣਾ ਦਿਆਂ, ਫਿਰ ਆਪਾਂ ਅਰਦਾਸ ਬੇਨਤੀ ਸਮੇਂ ਸਿਰ ਹੀ ਕਰਾਂਗੇ। 6:55 ਹੋ ਗਏ ਅਤੇ ਤਕਰੀਬਨ 7:02-4 'ਤੇ ਅਰਦਾਸ ਬੇਨਤੀ ਆਨੰਦ ਸਾਹਿਬ ਸ਼ੁਰੂ ਕਰਾਂਗੇ। ਸੰਗਤਾਂ ਸਮੇਂ ਸਿਰ ਪਹੁੰਚਣ। ਭਾਈ ਮਾਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਸਮੇਂ ਮੈਦਾਨੇ ਜੰਗ ਵਿੱਚ ਉਤਰੇ, ਕਈ ਸਿੱਖਾਂ ਦੇ ਨਾਲ, ਸਿੰਘਾਂ ਦੇ ਨਾਲ ਘਮਾਸਾਨ ਦਾ ਯੁੱਧ ਮੱਚਿਆ, ਅਤੇ ਜਦੋਂ ਫਿਰ ਹੱਥੋਂ ਪਾਈ ਹੁੰਦੀ ਹੈ ਤਾਂ ਦੁਮਾਲੇ ਵੀ ਲੈ ਜਾਂਦੇ ਨੇ। ਅਤੇ ਭਾਈ ਮਾਨ ਸਿੰਘ ਜਦੋਂ ਅਗਵਾਈ ਕਰ ਰਹੇ ਸੀ ਨਾ ਆਪਣੇ ਪਾਸਿਓਂ ਸਿੰਘਾਂ ਦੀ, ਅਤੇ ਮੁਗਲਾਂ ਦੇ ਨਾਲ ਸਾਹਮਣਾ ਹੋਇਆ। ਕਿਸੇ ਮੁਗਲ ਨੇ ਐਸਾ ਵਾਰ ਕੀਤਾ, ਨਿਸ਼ਾਨ ਸਾਹਿਬ ਕਹਿ ਲਓ ਵੀ 2 ਹਿੱਸਿਆਂ ਵਿੱਚ ਹੋ ਗਿਆ। ਜਿਹੜਾ ਹਿੱਸਾ ਤੇ ਥਲੜਾ ਸੀ ਉਹ ਤੇ ਭਾਈ ਸਾਹਿਬ ਨੇ ਧਰਤੀ ਦੇ ਉੱਪਰ ਰੱਖ ਦਿੱਤਾ, ਅਤੇ ਜਿਹੜਾ ਨਿਸ਼ਾਨ ਸਾਹਿਬ ਵਾਲਾ ਹਿੱਸਾ ਸੀ ਨਾ, ਉਹਨੂੰ ਫੇਰ ਡਿੱਗਣ ਤੋਂ ਪਹਿਲਾਂ ਆਪਣੇ ਹੱਥ ਵਿੱਚ ਲੈ ਲਿਆ। ਨਿਸ਼ਾਨ ਸਾਹਿਬ ਡਿੱਗਣ ਨਹੀਂ ਦਿੱਤਾ, ਉਹਦਾ ਸਮਾਨ ਕਾਇਮ ਰੱਖਿਆ। ਅਤੇ ਸੰਗਤ ਜੀ ਦੁਬਾਰਾ ਫੇਰ ਵਾਰ ਹੋਇਆ, ਫਿਰ ਨਿਸ਼ਾਨ ਸਾਹਿਬ ਦਾ ਇੱਕ ਹਿੱਸਾ ਹੋਰ ਘਟ ਗਿਆ, ਅਤੇ ਜਿਹੜਾ ਨਿਸ਼ਾਨ ਸਾਹਿਬ ਵਾਲਾ ਹਿੱਸਾ ਸੀ ਉਹਨੂੰ ਕਾਇਮ ਰੱਖਿਆ, ਦੂਸਰਾ ਫਿਰ ਧਰਤੀ ਨੂੰ ਦੇ ਦਿੱਤਾ। ਅਤੇ ਇਸੇ ਤਰ੍ਹਾਂ ਉਸ ਫਿਰ ਮੁਗਲ ਨੇ ਅੱਗੋਂ ਆਵਾਜ਼ ਦਿੱਤੀ, ਕਹਿਣ ਲੱਗਾ ਤੂੰ ਇਸ ਨਿਸ਼ਾਨ ਸਾਹਿਬ ਨੂੰ ਕਿੰਨਾ ਕੁ ਚਿਰ ਬਚਾਉਂਦਾ ਰਹੇਗਾ। ਤੂੰ ਨਿਸ਼ਾਨ ਸਾਹਿਬ ਨੂੰ ਬਚਾਉਣ ਦੇ ਚੱਕਰ ਵਿੱਚ ਆਪ ਬਲੀ ਦਾ ਬੱਕਰਾ ਨਾ ਬਣ ਜਾਈ, ਕਿਤੇ ਤੇਰੀ ਮੌਤ ਨਾ ਹੋ ਜਾਏ ਮੇਰੇ ਹੱਥੋਂ। ਮੇਰੇ ਨਾਲ ਲੜ, ਤੂੰ ਤੇ ਨਿਸ਼ਾਨ ਸਾਹਿਬ ਸੰਭਾਲਣ ਵਿੱਚ ਲੱਗਿਆ ਹੋਇਆ। ਅਤੇ ਭਾਈ ਸਾਹਿਬ ਨੇ ਐਸਾ ਵਾਰ ਕੀਤਾ, ਉਹਨੂੰ ਧਰਤੀ ਦੀ ਗੋਦ ਵਿੱਚ ਭੇਜ ਦਿੱਤਾ। ਅਤੇ ਛੋਟਾ ਜਿਹਾ ਨਿਸ਼ਾਨ ਸਾਹਿਬ ਹੱਥ ਵਿੱਚ ਲੈ ਕੇ ਜਿੱਤ ਤੋਂ ਬਾਅਦ ਗੁਰੂ ਸਾਹਿਬ ਦੇ ਸਾਹਮਣੇ ਆਏ, ਸਤਿਗੁਰਾਂ ਨੂੰ ਕਹਿਣ ਲੱਗੇ, ਸਤਿਗੁਰੂ ਜੀ ਇਹ ਨਿਸ਼ਾਨ ਸਾਹਿਬ। ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਕਹਿਣ ਲੱਗਿਆ ਵਾਹ ਜੋਧਿਆ, ਤੂੰ ਨਿਸ਼ਾਨ ਸਾਹਿਬ ਨੂੰ ਝੁਕਣ ਨਹੀਂ ਦਿੱਤਾ, ਅਤੇ ਅੱਜ ਤੋਂ ਬਾਅਦ ਤੁਹਾਨੂੰ ਨਿਸ਼ਾਨ ਸਾਹਿਬ ਜੰਗ ਯੁੱਧ ਕਰਦਿਆਂ ਨੂੰ ਉਲਝਾਏਗਾ ਨਹੀਂ। ਅਤੇ ਨਿਸ਼ਾਨ ਸਾਹਿਬ ਦਾ ਰੂਪ ਬਦਲ ਦਿੱਤਾ। ਕਿਹੜੇ ਰੂਪ ਵਿੱਚ ਦੇ ਦਿੱਤਾ? ਭਾਈ ਮਾਨ ਸਿੰਘ ਹੋਰ ਦੇ ਜਾਂ ਹੋਰ ਸਿੰਘਾਂ ਦੇ ਜੋ ਦੁਮਾਲੇ ਨਹੀਂ ਸਜੇ ਹੁੰਦੇ, ਨਿਹੰਗ ਸਿੰਘਾਂ ਦੇ ਆਪਾਂ ਵੇਖਦੇ ਹਾਂ ਉੱਚੇ ਦੁਮਾਲੇ, ਅਤੇ ਉਹਨਾਂ ਦੇ ਵਿੱਚ ਇੱਕ ਫਰਲਾ ਜਿਹਾ ਕੱਢਿਆ ਹੁੰਦਾ ਹੈ, ਉਹ ਫਰਲਾ ਨਿਸ਼ਾਨ ਸਾਹਿਬ ਦਾ ਰੂਪ ਹੈ। ਗੁਰੂ ਸਾਹਿਬ ਨੇ ਨਿਸ਼ਾਨ ਸਾਹਿਬ ਦਾ ਕੱਪੜਾ ਉਹਨਾਂ ਦੇ ਦੁਮਾਲਿਆਂ ਵਿੱਚ
ਬਾਹਰ ਝੰਡੀ ਰੂਪ ਵਿੱਚ ਕੱਢ ਦਿੱਤਾ। ਇਹ ਨਿਸ਼ਾਨ ਸਾਹਿਬ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾਂ ਆਪਣੇ ਗੁਰੂ ਦੇ ਅੱਗੇ ਝੁਕੇਗਾ ਨਹੀਂ, ਨਹੀਂ ਝੁਕੇਗਾ। ਤੇ ਸੰਗਤ ਜੀ, ਇਸ ਤਰ੍ਹਾਂ ਜੇ ਨਿਸ਼ਾਨ ਹੈ ਜਗਤ ਦੇ ਵਿੱਚ ਰਹਿੰਦੇ ਹਾਂ ਤੇ ਕੋਈ ਨਿਸ਼ਾਨ ਸਾਡੇ ਕੋਲੇ ਹੋਣਾ ਚਾਹੀਦਾ। ਇੱਥੋਂ ਜਾਣਾ ਅੱਗੇ ਸਾਡੀ ਪੁੱਛ ਗਿੱਛ ਹੋਣੀ ਹੈ। ਦੇਖੋ, ਇਹ ਮੈਂ ਤੇ ਨਹੀਂ ਕਹਿ ਰਿਹਾ ਨਾ, ਆਪਾਂ ਕਈ ਵਾਰ ਕਹਿ ਦਿੰਦੇ ਵੀ ਅੱਗਾ ਕਿਹਨੇ ਵੇਖਿਆ ਜੀ, ਕੀ ਪਤਾ ਕੀ ਹੋਣਾ, ਕਿਵੇਂ ਹੈ, ਕਿੱਥੇ ਸਵਰਗ ਹੈ, ਕਿੱਥੇ ਨਰਕ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਤੇਰਾ ਸਦੜਾ ਸੁਣੀਜੈ ਭਾਈ, ਜੇ ਕੋ ਬਹਿ ਅਲਾਏ, ਜੈਸਾ ਬੀਜੈ ਸੋ ਲੁਣੇ, ਜੋ ਖੱਟੇ ਸੋ ਖਾਏ, ਅੱਗੇ ਪੁੱਛ ਨਾ ਹੋਵੇ ਜੇ ਸਣ ਨਿਸ਼ਾਨੈ ਜਾਏ। ਜੇ ਤੂੰ ਇਸ ਜਗਤ ਵਿੱਚ ਚੰਗੇ ਕਰਮਾਂ ਦਾ ਨਿਸ਼ਾਨ ਨਹੀਂ ਬਣਾ ਸਕਿਆ, ਸ਼ੁਭ ਗੁਣਾਂ ਦਾ ਨਿਸ਼ਾਨ ਨਹੀਂ ਬਣਾ ਸਕਿਆ, ਤਾਂ ਤੈਨੂੰ ਅੱਗੇ ਕਿਸੇ ਨੇ ਨਹੀਂ ਪੁੱਛਣਾ। ਫਿਰ ਤਾਂ ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਜਿਹੜੇ ਕੀੜੇ ਰੇਸ਼ਮ ਦੇ ਨੇ, ਕੀੜੇ ਲੱਕੜ ਦੇ ਨੇ, ਉਹ ਵੀ ਤੇਰੇ ਤੇ ਦੋਸ਼ ਲਾਉਣਗੇ। ਤੂੰ ਨਖਿੱਧ ਕੀੜਾ, ਗੰਦਗੀ, ਵਿਸ਼ਟਾ ਨਾ ਗਲੀ ਨਾਲੀ ਗੋਹੇ ਦਾ ਕੀੜਾ ਬਣਿਆ, ਐਸੇ ਕਿਹੜੇ ਕਰਮ ਕਰਦਾ ਰਿਹਾ? ਕੀ ਤੂੰ ਸਾਰੀ ਉਮਰ ਪਰਮਾਤਮਾ ਦਾ ਨਾਮ ਨਹੀਂ ਜਪਿਆ? ਕੀ ਤੂੰ ਸਾਰੀ ਉਮਰ ਕੋਈ ਧਰਮ ਦਾ ਕੰਮ ਨਹੀਂ ਕੀਤਾ? ਕੀ ਤੂੰ ਸੱਚ ਨੂੰ ਸੱਚ ਨਹੀਂ ਕਿਹਾ, ਜਿਹੜਾ ਤੈਨੂੰ ਇਹ ਨਖਿੱਧ ਜੀਵਨ ਮਿਲਿਆ? ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਦੋਸ਼ੀਆਂ ਨੇ ਵੀ ਤੇਰੇ ਤੇ ਦੋਸ਼ ਲਾਉਣੇ ਆ। ਜਿਹੜੇ ਪਹਿਲਾਂ ਕੀੜੇ ਨੇ ਉਹ ਤੇਰੇ ਤੇ ਹੋਰ ਤਾਨਾ ਮਿਹਣਾ ਕੱਸਣਗੇ। ਅਕਸਰ ਆਪਾਂ ਸੰਸਾਰ ਵਿੱਚ ਰਹਿੰਦੇ ਆ, ਕਿਸੇ ਨੂੰ ਕਹੀ ਦਿੰਦੇ ਆ ਨਾ, ਇਹ ਨਾ ਮਾੜਾ ਕੰਮ ਕਰਦਾ, ਜਾਂ ਦਿਨ ਤਾਂ ਨਾ ਵੇਖਣਾ ਪੈਂਦਾ, ਇਹ ਤੇਰੇ ਉਹ ਕਰਨੀ ਦਾ ਫਲ ਹੈ। ਤਾਂ ਗੁਰੂ ਸਾਹਿਬ ਕਹਿੰਦੇ ਭਾਈ ਫਿਰ ਅੱਗੇ ਪੁੱਛਣਾ ਹੋ ਬਈ, ਕਿਸੇ ਨੇ ਨਹੀਂ ਪੁੱਛਣਾ। ਜੇ ਤੂੰ ਇੱਥੇ ਨੇਕੀਆਂ ਦਾ ਨਿਸ਼ਾਨ ਨਾਲ ਨਾ ਲੈ ਕੇ ਗਿਆ, ਨਾਮ ਦਾ ਨਿਸ਼ਾਨ ਨਾਲ ਨਾ ਲੈ ਕੇ ਗਿਆ। ਤੈਸੋ ਜੈਸਾ ਕਾਢੀਐ, ਜੈਸੀ ਕਾਰ ਕਮਾਏ। ਗੁਰੂ ਸਾਹਿਬ ਕਹਿੰਦੇ ਭਾਈ ਉਹੋ ਜਿਹਾ ਹੀ ਪ੍ਰਾਪਤ ਹੋ ਜਾਣਾ ਤੈਨੂੰ, ਜਿਹੋ ਜਿਹਾ ਤੂੰ ਇਸ ਸੰਸਾਰ ਵਿੱਚ ਕੰਮ ਕਰਦਾ ਰਹੇਗਾ। ਕਹਿੰਦੇ ਜਿਹੋ ਜਿਹਾ ਮਨੁੱਖ ਕਾਰ ਕਮਾਉਂਦਾ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ। ਆਤਮਿਕ ਜੀਵਨ ਦੇ ਪੰਧ ਵਿੱਚ ਇਹੀ ਨੇਮ ਹੈ, ਭਗਤ ਉਹੀ ਹੈ ਜੋ ਭਗਤੀ ਕਰਦਾ। ਜੋਗ ਭੋਗ ਜਾਂ ਤਪ ਵਿੱਚੋਂ ਭਗਤੀ ਭਾਵ ਪੈਦਾ ਨਹੀਂ ਹੋ ਸਕਦਾ। ਸੋ ਦਮ ਚਿਤ ਨ ਆਵਈ, ਜੋ ਦਮ ਚਿਤ ਨ ਆਵਈ, ਸੋ ਦਮ ਬਿਰਥਾ ਜਾਏ। ਗੁਰੂ ਸਾਹਿਬ ਤਾਂ ਇੱਥੇ ਇੱਕ ਦਮ, ਇੱਕ ਇੱਕ ਸਵਾਸ ਦੀ ਗੱਲ ਕਰਦੇ ਆ ਵੀ ਉਹ ਪਰਮਾਤਮਾ ਦੀ ਯਾਦ ਹੋਵੇ। ਜੇ ਸਾਨੂੰ ਹਰ ਸਵਾਸ ਪਰਮਾਤਮਾ ਚੇਤੇ ਨਹੀਂ, ਘੱਟੋ ਘੱਟ 2 ਵੇਲੇ ਤੇ ਚੇਤੇ ਕਰੀਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਵਾਸਤੇ ਸੁਖਾਲਾ ਕਰ ਦਿੱਤਾ ਗੁਰੂ ਸਾਹਿਬ ਨੇ। ਕਬੀਰ ਸਾਹਿਬ ਨੇ ਕਹਿ ਦਿੱਤਾ, ਜਿਵੇਂ ਕਬੀਰ ਤੇ ਪਰਮਾਤਮਾ ਵਿੱਚ ਭੇਦ ਨਹੀਂ, ਦੋਨੋਂ ਇੱਕ ਹੋ ਗਏ। ਤਾਂ ਕਬੀਰ ਸਾਹਿਬ ਨੇ ਕਹਿ ਦਿੱਤਾ, ਦੁਨੀਆਦਾਰੋ ਪਰਮਾਤਮਾ ਦਾ ਨਾਮ ਜਪੋ। ਕਹਿਣ ਲੱਗੇ ਸਮਾਂ ਹੀ ਨਹੀਂ। ਸਮਾਂ 24 ਘੰਟੇ ਤੇ ਘੜੀ ਇੱਕ 24 ਮਿੰਟਾਂ ਦੀ, ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ, ਜੋ ਕੀਨੋ ਸੋ ਲਾਭ। ਜਿਤਨਾ ਜਪ ਲਏਗਾ ਉਤਨਾ ਤੈਨੂੰ ਫਲ ਮਿਲਣਾ ਹੈ, ਤੈਨੂੰ ਖੁਸ਼ੀ ਮਿਲਣੀ ਹੈ, ਤੈਨੂੰ ਸੁੱਖ ਮਿਲਣਾ ਹੈ। ਜਪ ਉਸ ਪਰਮਾਤਮਾ ਨੂੰ, ਧਿਆ ਉਸ ਦਾਤੇ ਨੂੰ, ਤੇਰਾ ਭਲਾ ਹੋ ਜਾਏ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਜੋ ਦਮ ਚਿਤ ਨ ਆਵਈ, ਸੋ ਦਮ ਬਿਰਥਾ ਜਾਏ। ਇਹੋ ਤਨ ਵੇਚੀ ਵੈ ਕਰੀ, ਜੇ ਕੋ ਲਏ ਵਿਕਾਏ। ਤਾਂ ਭਾਈ ਗੁਰੂ ਦਾ ਪਿਆਰਾ ਕਹਿੰਦਾ ਨਾ, ਜੇ ਕੋਈ ਮੈਨੂੰ ਪਰਮਾਤਮਾ ਦੀ ਘਰ ਦੀ ਬਾਤ ਸੁਣਾਏ, ਕੋਈ ਮੈਨੂੰ ਉਹਦੇ ਸ਼ਬਦ ਦੀ ਵਿਚਾਰ ਸੁਣਾਏ, ਕੋਈ ਗਿਆਨ ਦੀ ਗੱਲ ਸੁਣਾਏ, ਮੈਂ ਉਹਨੂੰ ਆਪਣਾ ਤਨ ਵੇਚ ਦੇਵਾਂ, ਮੈਂ ਵਹਿ ਕਰ ਦੇਵਾਂ ਇਸ ਤਨ ਨੂੰ। ਨਿਸ਼ਾਵਰ ਕਰਦਿਆਂ ਗੁਰੂ ਦੀਆਂ ਕਥਾ ਕਹਾਣੀਆਂ ਸੁਣਾਉਣ ਵਾਲੇ ਤੋਂ ਮੈਂ ਆਪਣਾ ਤਨ ਵਾਰ ਦਿਆਂ। ਗੁਰੂ ਸਾਹਿਬ ਕਹਿ ਰਹੇ ਨੇ, ਜੇ ਕੋਈ ਪਰਮਾਤਮਾ ਦੇ ਘਰ ਦੀ ਵਡਿਆਈ ਸੁਣਾਏ, ਉਹਦੇ ਗੁਣਾਂ ਦੀ ਗੱਲ ਕਰੇ, ਮੈਂ ਉਹ ਤੋਂ ਆਪਣਾ ਤਨ ਹੀ ਵਾਰ ਦਿਆਂ। ਇਹ ਤਨ ਵੇਚੀ ਮੈਂ ਵੇਚ ਦਿਆਂ, ਉਹਨੂੰ ਕਹਿ ਦਿਆਂ ਤੇਰਾ। ਜੇ ਕੋ ਲਏ ਵਿਕਾਏ, ਜੇ ਕੋਈ ਇਹਦਾ ਖਰੀਦਦਾਰ ਹੋਵੇ, ਕਿਸੇ ਨੂੰ ਸਮਝ ਹੋਵੇ। ਨਾਨਕ ਕਮ ਨ ਆਵਈ, ਜਿਤ ਤਨ ਨਾਹੀ ਸੱਚਾ ਨਾਉ। ਤਾਂ ਗੁਰੂ ਸਾਹਿਬ ਅੰਤਿਮ ਪੰਕਤੀ ਵਿੱਚ ਕਹਿੰਦੇ ਨੇ, ਭਾਈ ਉਹ ਤਨ ਕਿਸੇ ਕੰਮ ਦਾ ਨਹੀਂ,
ਜਿਹੜੇ ਤਨ ਨਾਲ ਸੇਵਾ ਨਹੀਂ ਕੀਤੀ, ਜਿਹੜੇ ਤਨ ਕਰਕੇ ਸਿਮਰਨ ਨਹੀਂ ਕੀਤਾ, ਉਹ ਤਨ ਨਾ ਅੱਜ ਕੰਮ ਦਾ ਨਾ ਕੱਲ੍ਹ ਕੰਮ ਦਾ। ਉਹਦੇ ਨਾਲੋਂ ਤੇ ਫਿਰ ਪਸ਼ੂ ਚੰਗੇ ਨੇ। ਘੱਟੋ ਘੱਟ ਆਪਣੇ ਅਸੂਲਾਂ ਦਾ ਜੀਵਨ ਤੇ ਜਿਉਂਦੇ ਨੇ। ਜੇ ਗਾਂ ਨੂੰ ਮਾਸ ਪਾਈਏ, ਗਾਂ ਨੂੰ ਖੀਰ ਪਾਈਏ, ਗਾਂ ਨੂੰ ਕੜਾਹ ਪਾਈਏ, ਖਾਂਦੀ ਹੈ। ਆਪਣੇ ਅਸੂਲਾਂ ਦੇ ਮੁਤਾਬਕ ਘਾਹ ਖਾਂਦੀ ਹੈ। ਤੇ ਪਰ ਇਹ ਇਨਸਾਨ ਨਾ ਸ਼ੁਕਰਾ ਤੇ ਬੇਅਸੂਲਾ ਹੋ ਗਿਆ। ਇਹ ਹਉਮੈ ਦੇ ਅਧੀਨ ਹੋ ਕੇ ਪਰਮਾਤਮਾ ਨੂੰ ਵੀ ਪਰਮਾਤਮਾ ਨਹੀਂ ਸਮਝਦਾ। ਤੇ ਇਹਨੂੰ ਸੋਝੀ ਉਦੋਂ ਆਉਂਦੀ ਹੈ ਜਦੋਂ ਜਮ ਕਾ ਡੰਡ ਮੂੰਡ ਮੈਂ ਲਾਗਿਆ। ਜਦੋਂ ਸਿਰ ਵਿੱਚ ਡੰਡਾ ਵੱਜਦਾ ਨਾ, ਤੇ ਫਿਰ ਆਵਾਜ਼ ਉਹ ਡੰਡੇ ਦੀ ਨਹੀਂ ਆਉਂਦੀ। ਜਿਹਦੇ ਡੰਡਾ ਵੱਜਿਆ ਨਾ, ਆਵਾਜ਼ ਉਹਦੀ ਆਉਂਦੀ ਹੈ। ਚੀਕਾਂ ਦੂਰ ਤੱਕ ਨਿਕ ਜਾਂਦੀਆਂ ਨੇ। ਆਓ ਸਾਰੇ ਰਲ ਮਿਲ ਕੇ ਆਨੰਦ ਸਾਹਿਬ ਦਾ ਜਾਪ ਕਰੀਏ, ਗੁਰੂ ਚਰਨਾਂ ਦਾ ਧਿਆਨ ਧਰੀਏ, ਬਾਣੀ ਪੜ੍ਹਨ ਦਾ, ਬਾਣੀ ਸੁਣਨ ਦਾ, ਵਿਚਾਰਨ ਦਾ, ਸਤਿਗੁਰਾਂ ਦੇ ਦਰ ਆਉਣ ਦਾ, ਸੇਵਾ ਕਰਨ ਦਾ ਪਰਨ ਕਰੀਏ। ਪਾਤਸ਼ਾਹ ਸਾਡਾ ਜੀਵਨ ਇਸ ਤਰ੍ਹਾਂ ਸਣ ਨਿਸ਼ਾਨਾ ਨਿਸ਼ਾਨਾ ਭਾਵ ਇਸ ਤਰ੍ਹਾਂ ਦਾ ਜੀਵਨ ਨਾ ਹੋਵੇ। ਅਸੀਂ ਸੱਚ ਦੇ ਮਾਰਗ 'ਤੇ ਚੱਲੀਏ। ਕੋਈ ਚੰਗਾ ਮਾੜਾ ਜੋ ਕਹੇ ਕਹਿੰਦਾ ਰਹੇ। ਇੱਥੇ ਭਗਤ ਕਬੀਰ ਨੂੰ ਪੋਟਲੀ ਬਣਾ ਕੇ ਹਾਥੀ ਮੂਹਰੇ ਸੁੱਟ ਦਿੱਤਾ। ਕਿਸੇ ਦਾ ਕੀ ਵਿਗਾੜਦਾ ਸੀ? ਆਪਣੀ ਕਿਰਤ ਕਰਦਾ ਸੀ, ਨਾਮ ਜਪਦਾ ਸੀ। ਤੇ ਪਰ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਅਕਸਰ ਮੁਸੀਬਤਾਂ ਦੇ ਵਿੱਚ ਘਿਰਦੇ ਨੇ। ਤੇ ਥੋੜ੍ਹੀ ਬਹੁਤੀ ਮੁਸੀਬਤ ਆਉਂਦੀ ਹੈ, ਪਰਮਾਤਮਾ ਦੇ ਘਰੋਂ ਪਰਚਾ ਪੈਂਦਾ, ਤੇ ਉਸ ਪਰਚੇ ਨੂੰ ਪਾਸ ਕਰਨ ਵਾਸਤੇ ਤੇ ਨਿਸ਼ਚਿੰਤ ਹੋ ਕੇ ਪਰਮਾਤਮਾ 'ਤੇ ਭਰੋਸਾ ਕਰਕੇ ਪਾਰ ਕਰ ਜਾਇਆ ਕਰੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਲਵਾਓ ਹਾਜ਼ਰੀ। ਵਾਹਿਗੁਰੂ।